ਸਰਵ ਕਲਾ ਸਮਰਥ ਡੋਲਣ ਦੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਅਗਮ ਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਬ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਬੇਸ਼ੁਮਾਰ ਅਥਾਹ ਗਣਤ ਅਤੁਲੈ। ਜਿਉ ਬੁਲਾਓ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭਰੰਗ ਪਤੰਗ ਕੁੰਚਰ। ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ। ਤਾਕੀ ਕੇਤਕ ਆਸ। ਮਾਧੋ ਅਵਿਦਿਆ ਹਿਤ ਕੀਨ। ਬਵੇਕ ਦੀਪ ਮਲੀਨ ਰਹਾਉ। ਤ੍ਰਿਗਦ ਜੋਨ ਅਚੇਤ ਸੰਭਵ। ਪੁੰਨ ਪਾਪ ਸੋਚ ਮਾਨੁਖਾ ਅਵਤਾਰ ਦੁਲਭ। ਤਿਹੀ ਸੰਗਤ ਪੋਚ। ਜੀ ਜੰਤ ਜਹਾ ਜਹਾ ਲਗ ਕਰਮ ਕੇ ਬਸ ਜਾਏ। ਕਾਲ ਫਾਸ ਅਵਧ ਲਾਗੇ ਕਛ ਨਾ ਚੱਲੈ ਉਪਾਏ। ਰਵਿਦਾਸ ਦਾਸ ਉਦਾਸ ਤਜ ਭ੍ਰਮ। ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ। ਪਰਮਾਨੰਦ ਕਰੋ ਨਿਧਾਨ। ਰਵਿਦਾਸ ਦਾਸ ਉਦਾਸ ਤਜ ਭ੍ਰਮ। ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ। ਪਰਮਾਨੰਦ ਕਰੋ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ, ਇਸ ਦੇ ਤਹਿਤ ਭਗਤਾਂ ਦੀ ਬਾਣੀ ਵਿੱਚੋਂ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਾਗ ਦੇ ਵਿੱਚ ਪਾਵਨ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 486 'ਤੇ ਸੁਭਾਏਮਾਨ ਹੈ, ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸੰਸਾਰ ਦੇ ਅੰਦਰ ਜਿੰਨੇ ਵੀ ਮਨੁੱਖ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਰੱਖਦੇ ਹਨ, ਧਰਮ ਦੇ ਮਾਰਗ 'ਤੇ ਚੱਲਣ ਵਾਲੇ ਹਨ, ਉਹਨਾਂ ਨੂੰ ਕੀ ਰੁਕਾਵਟਾਂ ਹਨ ਰੂਹਾਨੀ ਮੰਡਲ ਦੇ ਵਿੱਚ। ਮਨੁੱਖ ਦਾ ਮਨ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਕਿਉਂ ਨਹੀਂ ਤੁਰਦਾ? ਉਸ ਦਾ ਕਾਰਨ ਭਗਤ ਰਵਿਦਾਸ ਜੀ ਦੱਸ ਰਹੇ ਨੇ ਕਿ ਮਨੁੱਖ ਦੇ ਅੰਦਰ 5 ਦੋਸ਼ ਹਨ।
ਪੰਜ ਵਿਕਾਰ ਹਨ। ਵਿਕਾਰ ਦੋਸ਼ ਇੱਕ ਵੀ ਵੇਖੋ ਕਿੰਨਾ ਖਤਰਨਾਕ ਹੈ। ਇੱਕ ਵਿਕਾਰ ਵੀ ਕਿਸੇ ਦੇ ਜੀਵਨ ਨੂੰ ਖਤਮ ਕਰ ਦਿੰਦਾ ਹੈ, ਅਤੇ ਜਿੱਥੇ ਪੰਜ ਹੋਣ ਉਸ ਦਾ ਕੀ ਹਾਲ ਹੋਵੇਗਾ। ਪੰਜਾਂ ਵਿਕਾਰਾਂ ਦੇ ਵਿੱਚ ਬਹੁਤ ਵੱਡੀ ਪਾਵਰ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਸਕ੍ਰਿਤੀ ਦੇ ਅੰਦਰ ਫਰਮਾਨ ਕੀਤਾ ਹੈ। ਮਹਾਰਾਜ ਉੱਥੇ ਇਕੱਲੇ ਇਕੱਲੇ ਵਿਕਾਰ ਦੀ ਗੱਲ ਕਰਦੇ ਨੇ। ਉੱਥੇ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਮੋਹ ਦੀ ਗੱਲ ਕੀਤੀ ਹੈ। ਪੰਜ ਵਿਕਾਰ ਉਹ ਕੀ ਕਰਦੇ ਨੇ, ਉਹਨਾਂ ਦੀ ਪਾਵਰ ਕਿੰਨੀ ਹੈ। ਮਹਾਰਾਜ ਕਹਿੰਦੇ ਹੈ ਅਜਿਤ ਸੂਰ ਸੰਗਰਾਮੰ ਅਤ ਬਲਨਾ ਵੋ ਮਰਦਨੈ। ਹੇ ਮੋਹ ਤੂੰ ਅਜਿੱਤ ਹੈ, ਤੈਨੂੰ ਕਿਸੇ ਵੀ ਜਪ ਨਾਲ ਕਿਸੇ ਤਰ੍ਹਾਂ ਦੀ ਸਾਧਨਾ ਨਾਲ ਨਹੀਂ ਜਿੱਤਿਆ ਜਾ ਸਕਦਾ। ਗਣ ਗੰਧਰਵ ਦੇਵ ਮਨੁੱਖ ਪਸ ਪੰਖੀ ਵਿਮੋਹਣ ਹੈ। ਹਰ ਕਰਨ ਹਾਰੰ ਨਮਸਕਾਰੰ ਸ਼ਰਨ ਨਾਨਕ ਜਗਦੀਸ਼ਰੈ। ਹੇ ਮੋਹ ਤੂੰ ਮਨੁੱਖਾਂ ਨੂੰ, ਪਸ਼ੂਆਂ ਨੂੰ, ਜਾਨਵਰਾਂ ਨੂੰ, ਪੰਛੀਆਂ ਨੂੰ ਹੀ ਨਹੀਂ ਮੋਹਿਆ। ਜਿਹੜੇ ਦੇਵਤਿਆਂ ਦੇ ਸੇਵਾਦਾਰ ਗਣ ਨੇ, ਗੰਧਰਵ ਨੇ, ਦੇਵਤੇ ਸਾਰਿਆਂ ਨੂੰ, ਦਾਨਵਾਂ ਨੂੰ ਵੀ ਤੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਹੈ। ਉੱਥੇ ਮੋਹ ਦਾ ਮਹਾਰਾਜ ਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ। ਦੂਸਰੇ ਨੰਬਰ 'ਤੇ ਮਹਾਰਾਜ ਉੱਥੇ ਕਹਿੰਦੇ ਹੈ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪ੍ਰਮਾਵਨੈ ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਵਿਦਾਰਨੈ ਅਲਪ ਸੁਖ ਅਵਿਤ ਚੰਚਲ ਊਚ ਨੀ ਸਮਾਵਨੈ ਤਬ ਭੈਵ ਮੁਚ ਸਾਧ ਸੰਗਮ ਓਟ ਨਾਨਕ ਨਾਰਾਇਣੈ। ਦੂਸਰੇ ਨੰਬਰ 'ਤੇ ਮਹਾਰਾਜ ਕਾਮ ਦਾ ਜ਼ਿਕਰ ਕਰਦੇ ਨੇ। ਬੜੀ ਵੱਡੀ ਪਾਵਰ ਹੈ ਇਸ ਦੀ ਕਿ ਹੇ ਕਾਮ ਤੂੰ ਨਰਕਾਂ ਵਿੱਚ ਜੀਵ ਨੂੰ ਭੇਜ ਦਿੰਦਾ ਹੈ। ਇੰਨਾ ਵੱਡਾ ਪਾਵਰ ਵਾਲਾ। ਹੇ ਕਾਮੰਗ ਨਰਕ ਵਿਸ਼ਰਾਮੰ, ਨਰਕਾਂ ਵਿੱਚ ਜੀਵ ਦਾ ਵਿਸ਼ਰਾਮ ਕਰਾ ਦਿੰਦਾ ਹੈ। ਇਸ ਤਰ੍ਹਾਂ ਮਹਾਰਾਜ ਉੱਥੇ ਲੋਭ ਦਾ, ਮੋਹ ਦਾ, ਹੰਕਾਰ ਦਾ, ਸਾਰਿਆਂ ਦਾ ਜ਼ਿਕਰ ਕੀਤਾ ਹੈ। ਇੱਕ ਇੱਕ ਰੋਗ, ਇੱਕ ਇੱਕ ਵਿਕਾਰ ਦੋਸ਼ ਉਹ ਜੀਵ ਦੇ ਜੀਵਨ ਨੂੰ ਵੇਖੋ ਕਿੱਥੇ ਕਰ ਦਿੰਦਾ ਹੈ। ਜਿੱਥੇ ਪੰਜ ਹੋਣ ਉਹਦਾ ਕੀ ਬਣੇਗਾ। ਮਹਾਰਾਜ ਫਿਰ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਵੀ ਬਚਨ ਆਖੇ ਨੇ ਕਿ ਚਾਰ ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ। ਚਾਰ ਵਰਨਾਂ ਵਿੱਚ ਸਾਰੀ ਦੁਨੀਆ ਹੈ ਗੁਰਮੁਖੋ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਜਿਸ ਸਮੇਂ ਵਰਨ ਬਣੇ ਸੀ ਅਸਲ ਵਿੱਚ ਕੁਝ ਹੋਰ ਚੀਜ਼ ਸੀ, ਪਰ ਇਹਦਾ ਰੂਪ ਵਿਗੜ ਗਿਆ। ਖੱਤਰੀ ਵਰਨ ਵਿੱਚ ਉਹ ਲੋਕ ਆਉਂਦੇ ਨੇ ਜਿਵੇਂ ਫੌਜੀ ਹੋ ਗਏ, ਸਿਪਾਹੀ ਹੋ ਗਏ। ਉਹ ਦੁਨੀਆ ਵਿੱਚ ਕਿਸੇ ਵੀ ਥਾਂ 'ਤੇ ਰਹਿੰਦੇ। ਹੁਣ ਉਹਨੂੰ ਖੱਤਰੀ ਵਰਨ ਆਖਿਆ ਗਿਆ। ਜਿਹੜਾ ਸਿਪਾਹੀ ਫੌਜੀ ਜੰਗ ਵਿੱਚ ਜਾ ਕੇ ਲੜੇ ਦੇਸ਼ ਕੌਮ ਦੀ ਰੱਖਿਆ ਵਾਸਤੇ, ਉਹ ਖੱਤਰੀ ਵਰਨ ਆ ਜਾਂਦਾ ਹੈ। ਬ੍ਰਾਹਮਣ ਵਰਨ ਕਿਹੜਾ ਹੈ? ਜੋ ਧਾਰਮਿਕ ਪੁਜਾਰੀ ਆਗੂ ਲੋਕ ਜੋ ਧਾਰਮਿਕ ਅਸਥਾਨਾਂ ਵਿੱਚ ਰਹਿੰਦੇ ਨੇ, ਜਿਨ੍ਹਾਂ ਦਾ ਕੰਮ ਹੈ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ, ਪੜ੍ਹਾਉਣਾ, ਅਭਿਆਸ ਕਰਨਾ, ਇਹ ਬ੍ਰਾਹਮਣ ਵਰਨ ਆ ਜਾਂਦਾ ਹੈ। ਵੈਸ਼ ਵਰਨ ਜਿਹੜਾ ਖੇਤੀਬਾੜੀ, ਕਾਰੋਬਾਰ ਕਰਨਾ, ਕਿਸੇ ਵੀ ਤਰ੍ਹਾਂ ਦਾ ਧੰਦਾ ਕਰਨਾ, ਉਹ ਵੈਸ਼ ਵਰਨ ਹੈ। ਸ਼ੂਦਰ ਵਰਨ ਜਿਹੜੇ ਸਭ ਤਰ੍ਹਾਂ ਦੀ ਸਾਫ ਸਫਾਈ ਕਰਨ ਵਾਲੇ ਕਰਮਚਾਰੀ ਨੇ, ਭਾਵੇਂ ਉਹ ਸ਼ਹਿਰਾਂ ਦੀ ਸਫਾਈ ਕਰਨ ਵਾਲੇ, ਭਾਵੇਂ ਘਰਾਂ ਦੀ, ਕੂੜਾ ਕਰਕਟ, ਗਲੀਆਂ ਨਾਲੀਆਂ ਇਤਿਆਦਿ ਘਰਾਂ ਦੇ, ਸ਼ਹਿਰਾਂ ਦਾ, ਜਾਂ ਜਿੱਥੇ ਵੀ, ਉਹਨੂੰ ਸ਼ੂਦਰ ਵਰਨ ਆਖਿਆ ਗਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ। ਇਹ ਵਿਕਾਰ ਇੰਨੇ ਪਾਵਰ ਵਾਲੇ ਨੇ
ਚਾਰੇ ਵਰਨਾਂ ਦੇ ਲੋਕ ਉਹਨਾਂ ਚਾਰੇ ਜਿਹੜੇ ਬੜੇ ਬੜੇ ਮਰਦ ਸਨ, ਬੜੇ ਬੜੇ ਦਲੇਰ, ਬੜੇ ਬੜੇ ਗਿਆਨਵਾਨ, ਉਹਨਾਂ ਨੂੰ ਵੀ ਇਹਨਾਂ ਵਿਕਾਰਾਂ ਨੇ ਮਲ ਕੇ ਸੁੱਟ ਦਿੱਤਾ। ਜਿਵੇਂ ਤਲੀ 'ਤੇ ਕੋਈ ਕਿਸੇ ਜਿਹਨੂੰ ਮਲਦਾ ਹੈ ਨਾ। ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਦੇ। ਖਟ ਦਰਸ਼ਨ ਛੇ ਸ਼ਾਸਤਰਾਂ ਦੇ ਕਰਤਾ, ਛੇ ਸ਼ਾਸਤਰਾਂ ਦੇ ਰਚਣ ਵਾਲੇ ਵੱਡੇ ਵੱਡੇ ਰਿਸ਼ੀ ਮੁਨੀ, ਵਿਕਾਰ ਉਹਨਾਂ ਦੇ ਉੱਪਰ ਵੀ ਹਾਵੀ ਹੋ ਗਏ। ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਜਿਹਨੇ ਇਹਨਾਂ ਪੰਜੇ ਸੂਰਬੀਰਾਂ ਨੂੰ ਮਾਰਿਆ ਐਸਾ ਕਿਹੜਾ ਬਲੀ ਹੈ। ਮਹਾਰਾਜ ਕਹਿੰਦੇ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਕਿਹੜਾ ਐਸਾ ਬਲੀ ਹੈ ਜਿਹਨੇ ਇਹਨਾਂ ਪੰਜੇ ਵਿਕਾਰਾਂ ਨੂੰ ਜਿੱਤਿਆ ਹੋਵੇ। ਬੜੀ ਇਹਨਾਂ ਦੀ ਪਾਵਰ ਹੈ। ਇੱਕ ਇੱਕ ਵਿਕਾਰ ਵੀ ਵੇਖੋ ਮਨੁੱਖ ਨੂੰ ਕਈ ਜਨਮਾਂ ਮਰਨਾਂ ਦੇ ਗੇੜ ਵਿੱਚ ਪਾ ਦਿੰਦਾ, ਅਤੇ ਪੰਜ ਵਿਕਾਰ ਮਨੁੱਖ ਨੂੰ ਚਿੰਬੜੇ ਹੋਏ ਨੇ। ਮਨੁੱਖ ਦਾ ਕੀ ਬਣੇਗਾ। ਤੋ ਭਗਤ ਰਵਿਦਾਸ ਜੀ ਕੁਝ ਪ੍ਰਮਾਣ ਵੀ ਦਿੱਤੇ ਨੇ ਸਾਨੂੰ ਪਾਵਨ ਬਾਣੀ ਵੀ ਸਮਝਾਉਣ ਵਾਸਤੇ। ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਕੱਲ੍ਹ ਵੀ ਆਪਾਂ ਇਸ ਸ਼ਬਦ ਦੀ ਕੁਝ ਵਿਚਾਰ ਕੀਤੀ ਸੀ। ਭਗਤ ਰਵਿਦਾਸ ਜੀ ਫਰਮਾਨ ਕਰ ਰਹੇ ਨੇ, ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਇੱਥੇ ਉੱਪਰ ਸਰਲੇਖ ਲਿਖਾਇਆ ਹੈ ਭਾਈ ਗੁਰਦਾਸ ਜੀ ਪਾਸੋਂ। ਇੱਥੇ ਆਸਾ ਬਾਣੀ ਭਗਤ ਰਵਿਦਾਸ ਜੀ ਦੀ ਆਰੰਭ ਹੋ ਰਹੀ ਹੈ ਔਰ ਵਾਹਿਗੁਰੂ ਜੀ ਦਾ ਮੰਗਲਾ ਚਰਨ ਹੈ। ਵਾਹਿਗੁਰੂ ਇੱਕ ਅਦੁੱਤੀ ਸ਼ਕਤੀ ਹੈ, ਜਨਮ ਮਰਨ ਤੋਂ ਰਹਿਤ ਹੈ, ਸਾਰਿਆਂ ਵਿੱਚ ਵਸ ਰਿਹਾ ਹੈ, ਸਾਰਿਆਂ ਵਿੱਚ ਵਸਦਾ ਹੋਇਆ ਨਿਰਲੇਪ ਹੈ, ਸਾਰਾ ਕੁਝ ਕਰਨ ਦੇ ਸਮਰੱਥ ਹੈ, ਸਾਰੀਆਂ ਦੌਲਤਾਂ ਦਾ ਖਜ਼ਾਨਿਆਂ ਦਾ ਮਾਲਕ ਹੈ। ਐਸਾ ਵਾਹਿਗੁਰੂ ਜੀਵ ਨੂੰ ਪ੍ਰਾਪਤ ਕਰਨਾ ਹੈ। ਪ੍ਰਾਪਤ ਕਿਵੇਂ ਹੋਵੇਗਾ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਰੱਬ ਦੀ ਪ੍ਰਾਪਤੀ ਹੈ। ਮ੍ਰਿਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਮ੍ਰਿਗ ਕਹੀਏ ਹਿਰਨ, ਮੀਨ ਮੱਛੀ, ਭਰੰਗ ਪਤੰਗਾ। ਭਰਿੰਗੀ ਇੱਕ ਕੀੜਾ ਹੁੰਦਾ ਜਿਹੜਾ, ਅਤੇ ਜਿਹੜਾ ਕੁੰਚਰ ਹਾਥੀ, ਭਰੰਗ ਭਵਰੇ ਨੂੰ ਵੀ ਕਿਹਾ ਗਿਆ ਹੈ, ਅਤੇ ਪਤੰਗਾ ਜਿਹੜਾ ਲਾਈਟ 'ਤੇ ਆਪਾਂ ਵੇਖਦੇ ਹਾਂ ਸ਼ਮਾ ਬਲਦੀ ਹੋਵੇ ਉੱਥੇ ਆ ਕੇ ਸੜ ਮਰਦਾ ਹੈ। ਇਹ ਪੰਜ ਜਿਹੜੇ ਜੀਵ ਹਨ ਇਹਨਾਂ ਦੇ ਵਿੱਚ ਕੇਵਲ ਇੱਕੋ ਇੱਕੋ ਦੋਸ਼ ਹੈ। ਮ੍ਰਿਗ ਮੀਨ ਭਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇੱਕ ਇੱਕ ਦੋਸ਼ ਇਹਨਾਂ ਦੇ ਵਿੱਚ। ਮਿਰਗ ਨੂੰ ਸ਼ਬਦ ਸੁਣਨ ਦਾ, ਆਵਾਜ਼ ਸੁਣਨ ਦਾ ਰੋਗ ਹੈ। ਉਹ ਸ਼ਿਕਾਰੀ ਜਦੋਂ ਨਾਦ ਵਜਾਉਂਦਾ ਹੈ ਦੌੜਿਆ ਚਲਿਆ ਜਾਂਦਾ ਹੈ, ਫਸ ਜਾਂਦਾ ਹੈ। ਮੀਨ ਨੂੰ ਜੀਵ ਜਾਂ ਤਸਕਾ ਮਾਰਦਾ ਹੈ। ਜਿਹੜਾ ਭਵਰਾ ਹੈ ਉਹ ਵੀ ਫੁੱਲਾਂ ਦੀ ਖੁਸ਼ਬੂ ਲੈਣ ਵਾਸਤੇ ਆ ਕੇ ਬੈਠਦਾ ਹੈ ਕਮਲ ਦੇ ਫੁੱਲ ਦੇ ਵਿੱਚ। ਇੰਨਾ ਕੁ ਗੜੂੰਦ ਹੁੰਦਾ ਹੈ, ਭੁੱਲ ਜਾਂਦਾ ਹੈ। ਕਮਲ ਦਾ ਫੁੱਲ ਸੂਰਜ ਛਪਣ ਨਾਲ ਇਕੱਠਾ ਹੋ ਜਾਂਦਾ ਹੈ, ਬੰਦ ਹੋ ਜਾਂਦਾ ਹੈ, ਉਹਦੇ ਵਿੱਚ ਹੀ ਭਵਰੇ ਦੀ ਮੌਤ ਹੋ ਜਾਂਦੀ ਹੈ। ਪਤੰਗਾ ਬਲਦੀ ਹੋਈ ਸ਼ਮਾ ਵੱਲ ਦੌੜਿਆ ਚਲਿਆ ਆਉਂਦਾ ਹੈ, ਪੰਖ ਸੜ ਜਾਂਦੇ ਨੇ, ਤੜਫ ਤੜਫ ਕੇ ਮਰ ਜਾਂਦਾ ਹੈ। ਕੁੰਚਰ ਹਾਥੀ, ਹਾਥੀ ਨੂੰ ਜਦੋਂ ਪਕੜਨਾ ਹੁੰਦਾ ਹੈ ਨਾ ਜੰਗਲ ਦੇ ਵਿੱਚ, ਭਗਤ ਕਬੀਰ ਸਾਹਿਬ ਨੇ ਇਹਦਾ ਪ੍ਰਮਾਣ ਦਿੱਤਾ ਹੈ। ਕਾਮ ਸਵਾਏ ਗਜ ਬਸ ਵਰਿਓ ਮਨ ਬੋਰਾ ਰੇ ਅੰਕ ਸਿਓ ਸੀਸ। ਕਾਲ ਬੂਤ ਕੀ ਹਸਨੀ ਮਨ ਬੋਰਾ ਰੇ ਚਲਤ ਰਚਿਓ ਜਗਦੀਸ਼। ਕਾਮ ਸਵਾਏ ਗਜ ਬਸ ਵਰੇ ਮਨ ਬੋਰਾ ਰੇ ਅੰਕ ਸਿਓ ਸੀਸ। ਇੱਕ ਕਾਗਜ਼ਾਂ ਦਾ ਕਲਬੂਤ ਬਣਾ ਕੇ ਹਥਣੀ ਦਾ ਉਹ ਇੱਕ ਬਹੁਤ ਵੱਡਾ ਡੂੰਘਾ ਟੋਆ ਪੁੱਟ ਕੇ ਉਹਦੇ ਉੱਪਰ ਨਿੱਕੀਆਂ ਨਿੱਕੀਆਂ ਛਟੀਆਂ ਪਾ ਕੇ ਮਿੱਟੀ ਪਾ ਕੇ ਧਰਤੀ ਵਾਂਗ ਬਣਾ ਦਿੱਤਾ ਜਾਂਦਾ। ਉੱਪਰ ਘਾਹ ਘੂ ਪਾ ਦਿੱਤਾ ਜਾਂਦਾ, ਪਤਾ ਨਾ ਲੱਗੇ ਵੀ ਇੱਥੇ ਥੱਲੇ ਟੋਆ ਹੈ। ਉੱਤੇ ਹਸਣੀ ਦਾ ਕਲਬੂਤ ਖਿਲਾਰ ਦਿੰਦੇ ਨੇ। ਕਾਮ ਦੇ ਵਾਸ਼ਨਾ ਦੇ ਅਧੀਨ ਹੋਇਆ ਹਾਥੀ ਦੌੜਿਆ ਆਉਂਦਾ, ਉਹਦੇ ਵਿੱਚ ਗਿਰ ਜਾਂਦਾ ਹੈ।
ਉਹ ਕਈ ਦਿਨ ਭੁੱਖਾ ਰੱਖ ਕੇ ਕੁੰਡਾ ਮਾਰ ਮਾਰ ਕੇ ਹਾਥੀ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਨੇ। ਸਾਰੀ ਉਮਰ ਫਿਰ ਗੁਲਾਮੀ ਸਹਿੰਦਾ ਹੈ। ਇੱਕ ਇੱਕ ਦੋਸ਼ ਇਹਨਾਂ ਦੇ ਵਿਨਾਸ਼ ਦਾ, ਇਹਨਾਂ ਦੇ ਦੁੱਖ ਦਾ ਕਾਰਨ ਬਣਿਆ। ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਤੇ ਮਨੁੱਖ ਦੇ ਵਿੱਚ ਪੰਜੇ ਹਨ। ਆਪਾਂ ਨੂੰ ਨਿੰਦਿਆ ਚੁਗਲੀ ਸੁਣਨੀ ਬੜੀ ਸੋਹਣੀ ਲੱਗਦੀ ਹੈ। ਆਪਾਂ ਨੂੰ ਮਾੜੇ ਗੰਦੇ ਗੀਤ ਸੁਣਨੇ ਬੜੇ ਚੰਗੇ ਲੱਗਦੇ ਨੇ। ਆਵਾਜ਼, ਸ਼ਬਦ, ਧੁਨ। ਸਾਨੂੰ ਫਿਰ ਰਸਨਾ ਦੁਆਰਾ ਦੁਨੀਆ ਦੇ ਪਦਾਰਥ ਭੋਗਣ ਦਾ ਬੜਾ ਜਿਹੜਾ ਮਨੁੱਖ ਨੂੰ ਚਸਕਾ ਹੈ। ਭਾਵੇਂ ਵੇਖੋ ਮਨੁੱਖ ਨੂੰ ਡਾਕਟਰ ਰੋਕਿਆ ਹੁੰਦਾ ਵੀ ਇਹ ਚੀਜ਼ ਨਾ ਖਾਵੀਂ, ਕਹਿੰਦਾ ਨਹੀਂ ਹੁਣ ਨਹੀਂ ਮੈਂ ਰਹਿ ਸਕਦਾ, ਭਾਵੇਂ ਮਰ ਜਾਵਾਂ ਮੈਂ ਖਾਣੀ ਜ਼ਰੂਰ ਹੈ। ਇੰਨਾ ਜੀਵ ਦੇ ਸਵਾਦ ਦੇ ਅਧੀਨ ਹੋ ਗਿਆ। ਤੇ ਸੁਗੰਧੀ ਲੈਣੀ, ਜਿੱਥੇ ਪਦਾਰਥਾਂ ਨੂੰ ਭੋਗਦਾ ਉੱਥੇ ਕਈ ਤਰ੍ਹਾਂ ਦੀ ਵਾਸ਼ਨਾ ਵੀ ਲੈਂਦਾ ਹੈ। ਨਾਸਕਾ ਦੇ ਦੁਆਰਾ ਉਹਨਾਂ ਪਦਾਰਥਾਂ ਦੀ ਸੁਗੰਧੀ ਨੂੰ ਲੈਂਦਾ ਹੈ ਤੇ ਫਿਰ ਕਹਿੰਦਾ ਹਾਂ ਇਹ ਪਦਾਰਥ ਬਹੁਤ ਵਧੀਆ ਨੇ। ਇਹ ਵੀ ਇੱਕ ਦੋਸ਼ ਹੈ, ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਨੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਇਹ ਨੱਕ ਦਾ, ਨਾਸਕਾ ਦਾ ਦੋਸ਼ ਹੈ। ਤੇ ਕੁੰਚਰ ਜਿਹੜਾ ਹਾਥੀ, ਉਹਨੂੰ ਦੋਸ਼ ਹੈ ਕਾਮ ਦਾ। ਮਨੁੱਖ ਦੇ ਅੰਦਰ ਵੀ ਇਹ ਦੋਸ਼ ਹੈ। ਇਹ ਸਭ ਤਰ੍ਹਾਂ ਦੀ ਸ਼ਰਮ, ਹਿਆ, ਲੱਜਾ ਭੁੱਲ ਜਾਂਦਾ ਹੈ ਵੀ ਮੈਂ ਕਿਹੜੀ ਪਦਵੀ 'ਤੇ ਬੈਠਾ ਹਾਂ। ਵੱਡੇ ਵੱਡੇ ਲੀਡਰ, ਧਾਰਮਿਕ ਆਗੂ ਆਪਾਂ ਵੇਖਦੇ ਹਾਂ, ਉਹ ਵੀ ਮੰਦੀ ਵਾਸ਼ਨਾ ਦੇ ਅਧੀਨ ਆਪਣੇ ਰੁਤਬੇ ਨੂੰ ਭੁੱਲ ਕੇ ਮਾੜੇ ਕੁਕਰਮ ਕਰਦੇ ਨੇ, ਪਾਪ ਕਰਮ ਕਰ ਬੈਠਦੇ ਹਨ। ਐਸਾ ਇਹ ਦੋਸ਼ ਹੈ ਕਾਮ ਦਾ। ਪਤੰਗਾ ਜਿਹੜਾ ਹੈ ਉਹ ਲਾਈਟ ਵੱਲ ਦੌੜਿਆ ਚੱਲਿਆ ਆਉਂਦਾ ਹੈ, ਭਾਵ ਰੂਪ ਨੂੰ ਵੇਖਦਾ ਹੈ। ਲਾਈਟ ਰੋਸ਼ਨੀ ਕੀ ਹੈ? ਰੂਪ। ਮਨੁੱਖ ਵੀ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਰੂਪ ਨੂੰ ਵੇਖਦਾ ਹੈ। ਅੱਖੀਂ ਦੇਖਣਾ ਰੱਜੀਆਂ ਬੋ ਰੰਗ ਤਮਾਸ਼ੇ। ਮਨੁੱਖ ਦੀਆਂ ਅੱਖਾਂ ਦੇ ਅੰਦਰ ਇਹ ਦੋਸ਼ ਹੈ। ਕਿੰਨਾ ਕਿੰਨਾ ਸਮਾਂ ਦੁਨੀਆ ਦੇ ਨਾਟਕਾਂ ਨੂੰ ਵੇਖੀ ਜਾਂਦਾ ਹੈ ਤੇ ਆਪਣਾ ਸਮਾਂ ਕੀਮਤੀ ਬਰਬਾਦ ਕਰ ਲੈਂਦਾ ਹੈ। ਓਨੇ ਸਮੇਂ ਵਿੱਚ ਜੇ ਕਿਤੇ ਹੌਲੀ ਹੌਲੀ ਵੀ ਬਾਣੀ ਪੜ੍ਹਦਾ ਤੇ ਬੜੀ ਬਾਣੀ ਪੜ੍ਹ ਲੈਣੀ ਸੀ, 2-3 ਘੰਟੇ। ਇਹ ਪੰਜੇ ਦੋਸ਼ ਨੇ। ਵੇਖੋ ਇੱਕ ਇੱਕ ਦੋਸ਼ ਉਹਨਾਂ ਜਾਨਵਰਾਂ ਦਾ, ਜੀਵਾਂ ਦਾ, ਪੰਛੀਆਂ ਦੀ ਮੌਤ ਦਾ ਕਾਰਨ ਬਣਿਆ। ਤੇ ਸਾਡੇ ਵਿੱਚ ਤੇ ਪੰਜੇ ਦੋਸ਼ ਨੇ, ਮਨੁੱਖ ਦਾ ਕੀ ਬਣੇਗਾ? ਪੰਚ ਦੋਖ ਅਸਾਧ ਜਾਮ ਹੈ ਤਾਂ ਕਿ ਕੇਤਕ ਆਸ। ਉਹਦੇ ਬਚਣ ਦੀ ਕੀ ਆਸ ਕੀਤੀ ਜਾ ਸਕਦੀ ਹੈ ਜਿਹਨੂੰ ਪੰਜ ਵਿਕਾਰ ਚਿੰਬੜੇ ਹੋਣ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਰਾਗ ਦੇ ਵਿੱਚ ਨਾ ਇੱਕ ਬਚਨ ਮਹਾਰਾਜ ਨੇ ਸ਼ਬਦ ਆਖਿਆ ਹੈ ਕਿ ਜਿਸ ਜਗਿਆਸੂ ਨੂੰ ਪਤਾ ਲੱਗ ਗਿਆ ਇਹਨਾਂ ਪੰਜਾਂ ਦੋਸ਼ਾਂ ਦਾ, ਇਹਨਾਂ ਪੰਜਾਂ ਵਿਕਾਰਾਂ ਦਾ ਵੀ ਇਹ ਨੁਕਸਾਨ ਕਿੰਨਾ ਕਰਦੇ ਨੇ, ਕਿਹੜੇ ਹਿਸਾਬ ਨਾਲ ਨੁਕਸਾਨ ਕਰਦੇ ਨੇ, ਉਹ ਫਿਰ ਇਹਨਾਂ ਤੋਂ ਬਚਣ ਦਾ ਯਤਨ ਕਰਦਾ ਹੈ। ਅਜੇ ਤੇ ਸਾਨੂੰ ਪਤਾ ਹੀ ਨਹੀਂ ਵੀ ਇਹ ਸਾਨੂੰ ਕਿਵੇਂ ਖਰਾਬ ਕਰ ਰਹੇ ਨੇ। ਤਾਂ ਉਹ ਫਿਰ ਅਰਦਾਸ ਕਰਦਾ ਪਰਮ ਪਿਤਾ ਪਰਮਾਤਮਾ ਦੇ ਅੱਗੇ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਮੈਂ ਤੇ ਔਗੁਣਾਂ ਦਾ ਭਰਿਆ ਹੋਇਆ, ਤੇਰੇ ਵਿੱਚ ਸਾਰੇ ਸ਼ੁਭ ਗੁਣ ਨੇ। ਹੇ ਮੇਰੇ ਪਰਮਾਤਮਾ, ਤੂੰ ਕਿਰਪਾ ਕਰ, ਮੇਰੀ ਰੱਖਿਆ ਕਰ, ਮੈਨੂੰ ਰੱਖ ਲੈ, ਇਹਨਾਂ ਵਿਕਾਰਾਂ ਤੋਂ ਬਚਾ ਲੈ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਇੱਕ ਗਰੀਬ ਆਤਮਾ, ਇਹਨੂੰ ਪੰਜ ਵਿਕਾਰਾਂ ਨੇ ਘੇਰਿਆ ਹੋਇਆ ਹੈ। ਪੰਜ ਵਿਖਾਦੀ ਬੜਾ ਝਗੜਾ ਕਰਨ ਵਾਲੇ ਨੇ, ਬਖੇੜਾ ਖੜਾ ਕਰਨ ਵਾਲੇ ਨੇ। ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਖੇਦ ਕਰੈ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਖੇਦ ਕਰਦੇ ਨੇ, ਬੜਾ ਦੁੱਖ ਦਿੰਦੇ ਨੇ, ਸਤਾਉਂਦੇ ਬੜਾ ਨੇ। ਕਈ ਵਾਰ ਵੇਖੋ ਬਾਣੀ ਪੜ੍ਹਦਿਆਂ ਜਾਂ ਆਪਾਂ ਵੈਸੇ ਬੈਠੇ ਹੀ ਕਈ ਤਰ੍ਹਾਂ ਦੀ ਕਲਪਨਾ ਮਨ ਵਿੱਚ ਕਦੇ ਕਿਸੇ ਤਰ੍ਹਾਂ ਦੀ ਚੱਲ ਪੈਂਦੀ, ਕਦੇ ਕਿਸੇ ਤਰ੍ਹਾਂ ਦੀ।
कर कर हारियो अनक भांति छोड़ै कतहु नाही। बड़े यतन कीते ने भी इन्हां तो छुटकारा मिल जावे पर ये छड्डदे ही नहीं हन। कर कर हारियो अनक भांति छोड़ै कतहु नाही। कदे तीर्थां ते गए कदे किते गए भी इन्हां तो बच जाइए पर ये खैड़ा ही नहीं छड्डदे। कर कर हारियो अनक भांति छोड़ै कतहु नाही। एक बात सुन ताकी ओटा साध संग मिट जाई। कोई गुरमुख मिल गया रब दा प्यारा, उन्हें आखिया भी एक गल सुन लै ध्यान नाल, जे तू इन्हां तो बचना है गुरु दी ओट लै लै बस। एक बात सुन ताकी ओटा साध संग मिट जाई। गुरु दी संगत विच आ गए कर किरपा संत मिले मोहे तिन ते धीरज पाया। गुरु दी संगत विच आए, अगे गुरमुख बैठे सी, वो मिल गए। वो कहंदे भी हाँ भी दसी पीड़ा भी मैनू तां ये दुख है, पंज विकार चिंबड़े ने खैड़ा नहीं छड्डदे। उन्होंने धीरज दे दी, कोई गल नहीं कि इन्हां विकारां तो डर ना, ये बीमारी हट जाएगी, चिंता करन दी लोड़ नहीं। कर किरपा संत मिले मोहे तिन ते धीरज पाया। आपां डॉक्टर कोल जाने ना दवाई लैण, पहलां वो आपां नूं हौसला दिंदा, घबराओ ना, कोई गल नहीं, तुहाडा इलाज हो जाएगा। यही कहंदा ना डॉक्टर, आपां नूं हौसला दिंदा। इसे तरह गुरु की संगत में आए तो हौसला मिल गया। कर किरपा संत मिले मोहे तिन ते धीरज पाया। संती मंत दियो मोहे निरभो। संतां ने मंत कहंदे ने सलाह देनी, उन्होंने सलाह दी कि तेनू डरन की लोड़ नहीं ना, तो ये तां तेरे अगे हथ बन के खड़े रहणगे। बस एक काम कर लै, गुर का शब्द कमाया, गुरु का शब्द कमा लै। जीत लिए ओए महा बिखादी सह सुहेली बाणी। कहो नानक मन भया प्रगासा पाया पद निर्वाणी। बस गुरु के शब्द द्वारा इन्हां विकारां नूं जित्या जा सकता है। गुरमुखा ने कहा ये शब्द का इन्ना अभ्यास कर, बाणी का इन्ना अभ्यास कर, करी चल बाणी का अभ्यास। जदों बाणी का अभ्यास किया, जिमें जिमें अभ्यास वधदा गया, विकारां वल्लों खैड़ा छुट गया, विकारां वाली सोचनी खत्म हो गई। भगत रविदास जी फरमान करते ने, पंज दोष ने मनुख किवें बच सकता है, बड़ी औखी गल है। माधो अविद्या हित कीन। हे माया दे पति परमात्मा वाहिगुरु निरंकार, जिहड़ा जीव है मनुख है, इन्हें अविद्या दे विच बड़ा हित कीता होया है। अविद्या भाव बेसमझी वाले पासे दा ध्यान ज़्यादा है। बेपरवाह लापरवाह होया फिरदा है, किसी तरह की कोई इनू फिक्र नहीं है धर्म के मार्ग की। अविद्या दे विच गाफल अचेत होया पिया है। विवेक दीप मलीन, इहदे अंदर वो विवेक है। वेखो जिहड़ा ज्ञान है ना, वो साडे अंदर ही है, आत्मक ज्ञान बाहर नहीं है। पानी कित्थे है? धरती दे हेठां ही है, पर वो बड़ा डूंगा हो गया है। धरती का कोई ऐसा थां नहीं जिथे पानी ना होवे। पहाड़ां दे थल्ले भी पानी है, क्योंकि पहाड़ भी धरती ते ने, पर उत्थे पहाड़ बड़ी मेहनत करनी पवेगी। जिथे पानी इस तरह है, उत्थे बहुत ज़्यादा मेहनत करनी पवेगी। धरती पैरां हेठ है, धरती हेठ वसंदा पानी। भाई गुरदास जी लिखते हैं, हुण जिहड़ा राजस्थान का जां होर मारूथल का इलाका की उत्थे पानी नहीं है, धरती थल्ले है, पर उत्थे मिट्टी की परत ज़्यादा होने करके पानी थल्ले चला गया। जिथे दरिया चलते ने नेड़े, उत्थे पानी उपर है, उत्थे बहुता डूंगा बोर करन दी भी लोड़ नहीं। बिल्कुल इसे तरह परमात्मा सारियां दे अंदर है। जिस हिरदे दे विच विकारां दे अंबार लग गए, जिस हिरदे विच विकारां दे हर समय फुरने चलते ने, उत्थे परमात्मा दा नाम थल्ले है, पर वो दिखाई नहीं दिंदा, सुनाई नहीं दिंदा।
ਉਹ ਆਤਮਿਕ ਗਿਆਨ ਹੈ ਤਾਂ ਸਾਰਿਆਂ ਦੇ ਅੰਦਰ ਹੀ, ਪਰ ਉੱਪਰ ਗਰਦਸ਼ ਜ਼ਿਆਦਾ ਹੋ ਗਈ ਮਿੱਟੀ ਇਤਿਆਦਿਕ ਹੋਰ ਚੀਜ਼ਾਂ ਦੀ, ਉਸ ਦੇ ਕਾਰਨ ਕਰਕੇ ਉਹ ਦਿਖਾਈ ਨਹੀਂ ਦੇ ਰਿਹਾ। ਵਿਵੇਕ ਦਾ ਦੀਵਾ ਮਲੀਨ ਹੋ ਗਿਆ, ਮੈਲਾ ਹੋ ਗਿਆ ਉਹ, ਕਿਉਂਕਿ ਉਹਦੇ ਉੱਪਰ ਮਨੁੱਖ ਹਰ ਸਮੇਂ ਮਾੜਾ ਕੂੜਾ ਹੀ ਪਾਈ ਜਾਂਦਾ ਹੈ, ਮਾੜਾ ਚੀਜ਼ ਪਾਈ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ, ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਉਸ ਦੇ ਕਾਰਨ ਮਨੁੱਖ ਤ੍ਰਿਗਤ ਜੋਨੀਆਂ ਵਿੱਚ ਜਾਂਦਾ ਹੈ, ਟੇਢੀਆਂ ਜੂਨੀਆਂ ਦੇ ਵਿੱਚ ਜਾਂਦਾ ਹੈ, ਗਾਫਲ ਪੁਣੇ ਦੇ ਵਿੱਚ। ਇਹ ਕੁਦਰਤੀ ਗੱਲ ਹੈ ਕਿ ਮਨੁੱਖ ਜਦੋਂ ਧਰਮ ਵਾਲੇ ਪਾਸੇ ਨਾ ਚੱਲੇ, ਵੇਖੋ ਤੁਸੀਂ ਆਪਣੇ ਘਰ ਦੀ ਸਫਾਈ ਨਾ ਕਰੋ ਰੋਜ਼, ਉੱਥੇ ਕੁਦਰਤੀ ਗੱਲ ਹੈ ਮਿੱਟੀ ਜੰਮਣ ਲੱਗ ਜਾਣੀ, ਭਾਵੇਂ ਪੱਕੇ ਫਰਸ਼, ਭਾਵੇਂ ਮਾਰਬਲ ਲੱਗਾ, ਜੋ ਮਰਜ਼ੀ ਹੈ। 10-20 ਦਿਨ, ਮਹੀਨਾ, 2 ਮਹੀਨੇ, 6 ਮਹੀਨੇ ਪੋਚਾ ਨਾ ਲਾਓ, ਕਿੰਨਾ ਆਪਣੇ ਆਪ ਹੀ ਕਬਾੜ ਆ ਜਾਣਾ ਹੈ, ਮਿੱਟੀ ਆਪਣੇ ਆਪ ਹੀ। ਇਸੇ ਤਰ੍ਹਾਂ ਜੇ ਆਪਾਂ ਸ਼ਬਦ ਦਾ ਅਭਿਆਸ ਛੱਡ ਦਿੱਤਾ, ਸਾਡਾ ਇਹ ਕੁਦਰਤੀ ਤੌਰ 'ਤੇ ਆਪਣੇ ਆਪ ਹੀ ਅੰਦਰ ਪਾਪ, ਮਾੜੇ ਕਰਮ ਆਪਣੇ ਆਪ ਹੀ ਆ ਜਾਂਦੇ ਹਨ। ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਉਸ ਪੁੰਨ ਪਾਪ ਬਾਰੇ ਇਹਦੇ ਅੰਦਰ ਕੋਈ ਫੁਰਨਾ ਹੀ ਨਹੀਂ ਪੈਦਾ, ਕੋਈ ਸੋਚ ਵਿਚਾਰ ਹੈ ਹੀ ਨਹੀਂ ਕਿ ਜੀਵਨ ਕਿਹੜੇ ਪਾਸੇ ਜਾ ਰਿਹਾ ਹੈ। ਮਨੁੱਖਾ ਅਵਤਾਰ ਦੁਰਲਭ ਤਹੀ ਸੰਗਤ ਪੋਚ। ਮਨੁੱਖਾ ਜੀਵਨ ਬੜਾ ਦੁਰਲਭ ਸੀ, ਪਰ ਇਹਦੀ ਸੰਗਤ ਨੀਵਿਆਂ ਨਾਲ ਹੋ ਗਈ, ਮਾੜਿਆਂ ਨਾਲ ਹੋ ਗਈ, ਅਤੇ ਮਾੜਾ ਹੀ ਸੋਚਣ ਲੱਗ ਪਿਆ। ਕਿਉਂਕਿ ਆਪਾਂ ਜਿਸ ਦਾ ਸੰਗ ਕਰਾਂਗੇ, ਜੇ ਉਹ ਮਾੜਾ ਹੈ ਤਾਂ ਉਹਨੇ ਸਾਡੇ ਕੰਨਾਂ ਵਿੱਚ ਮਾੜੀ ਫੂਕ ਹੀ ਮਾਰਨੀ ਹੈ, ਜੇ ਚੰਗਾ ਹੈ ਤਾਂ ਉਹਨੇ ਚੰਗੀ ਗੱਲ ਸਾਡੇ ਕੰਨਾਂ ਵਿੱਚ ਆਵਾਜ਼ ਪਾਣੀ ਹੈ। ਤਾਂ ਸੰਗਤ ਮਾੜੀ ਹੋ ਗਈ। ਉਹ ਮਾੜੀ ਸੰਗਤ ਹਰ ਸਮੇਂ, ਦੇਖੋ ਆਪਾਂ ਦੇਖਦੇ ਕੀ ਹਾਂ ਮਾੜਾ, ਸੁਣਦੇ ਕੀ ਹਾਂ ਮਾੜਾ ਹਰ ਸਮੇਂ, ਤਾਂ ਫਿਰ ਅੰਦਰ ਉਹ ਜਿਹੜਾ ਵਿਵੇਕ ਦਾ ਦੀਵਾ ਸੀ, ਆਤਮਿਕ ਗਿਆਨ, ਉਹ ਹੁਣ ਦਿਖਾਈ ਨਹੀਂ ਦੇ ਰਿਹਾ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ। ਸੰਸਾਰ ਵਿੱਚ ਜਿੱਥੇ ਜਿੱਥੇ ਵੀ ਕੋਈ ਜੀਵ ਜੰਤੂ ਹੈ, ਉਹਦਾ ਵਾਰ-ਵਾਰ ਜਨਮ ਹੁੰਦਾ ਹੈ, ਮਰਦਾ ਹੈ, ਉਹਦਾ ਕਾਰਨ ਉਹ ਕਰਮਾਂ ਦੇ ਅਧੀਨ ਚੱਲ ਰਿਹਾ ਹੈ। ਕਿਉਂਕਿ ਨਾਮ ਜਪ ਕੇ ਕਰਮਾਂ ਤੋਂ ਮੁਕਤ ਨਹੀਂ ਹੋਇਆ, ਕਰਮਾਂ ਦੇ ਵਸ ਵਿੱਚ ਪਿਆ ਹੋਇਆ, ਕਦੇ ਕਿੱਥੇ ਖੁਆਰ ਹੋ ਰਿਹਾ ਹੈ। ਕਾਲ ਫਾਸ ਅਵਧ ਲਾਗੇ ਕਛਨਾ ਚੱਲੈ ਉਪਾਏ। ਕਾਲ ਦੇ ਅਧੀਨ, ਅਵਧ ਕਹਿੰਦੇ ਨੇ ਜਿਹੜਾ ਵੱਧ ਨਾ ਹੋ ਸਕੇ, ਨਾਸ ਨਾ ਹੋ ਸਕੇ। ਕਾਲ ਦੀ ਫਾਹੀ ਐਸੀ ਮਨੁੱਖ ਦੇ ਗਲ ਵਿੱਚ ਪਈ ਹੈ, ਇਹ ਕੱਟੀ ਨਹੀਂ ਜਾ ਰਹੀ, ਹੋਰ ਕਿਸੇ ਤਰੀਕੇ ਨਾਲ ਇਹ ਖਤਮ ਨਹੀਂ ਹੋ ਸਕਦੀ। ਕੋਈ ਵੀ ਨਾ ਕੋਈ ਯੋਗ ਸਾਧਨਾ, ਨਾ ਕੋਈ ਹੋਰ ਸਾਧਨਾ ਇਹਦੇ 'ਤੇ ਕੰਮ ਨਹੀਂ ਕਰ ਰਹੀ। ਕੇਵਲ ਨਾਮ ਹੀ ਕਾਟ ਕਰ ਸਕਦਾ ਇਸ ਦੀ, ਜਮਾਂ ਦੀ ਫਾਹੀ ਨੂੰ ਕੱਢ ਸਕਦਾ ਹੈ। ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਹੇ ਰਵਿਦਾਸ, ਭਗਤ ਰਵਿਦਾਸ ਜੀ ਕਹਿੰਦੇ ਹਨ, ਦਾਸਾ ਭਾਵ ਵਿੱਚ ਆ ਕੇ, ਨਿਮਰਤਾ ਦੇ ਵਿੱਚ ਆ ਕੇ, ਉਦਾਸ ਜਿਹੜਾ ਸੰਸਾਰ ਦੇ ਵਿਸ਼ਿਆਂ ਵੱਲੋਂ ਉਪਰਾਮ ਹੋ ਜਾ, ਭਰਮ ਛੱਡ ਦੇ, ਗੁਰੂ ਦੀ ਗੱਲ ਨੂੰ, ਗੁਰੂ ਦੇ ਬਚਨ ਨੂੰ ਕਮਾਣਾ ਹੀ ਤਪਾਂ ਦਾ ਤਪ ਹੈ। ਤਪਨ ਤਪ ਗੁਰ ਗਿਆਨ, ਇਹਦਾ ਵਿਸ਼ਰਾਮ ਵੀ ਇੱਦਾਂ ਆਉਣਾ ਹੈ। ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਤਪਾਂ ਦਾ ਤਪ ਕਿਹੜਾ ਹੈ? ਗੁਰੂ ਦਾ ਗਿਆਨ, ਗੁਰੂ ਦੀ ਗੱਲ ਨੂੰ ਸੁਣਨਾ, ਗੁਰੂ ਦੇ ਬਚਨਾਂ ਨੂੰ ਮੰਨਣਾ। ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਧਾਨ। ਵਾਹਿਗੁਰੂ ਪਰਮਾਤਮਾ ਦੀ ਭਗਤੀ ਸੇਵਕਾਂ ਦੇ ਭੈ ਨੂੰ ਖਤਮ ਕਰਨ ਵਾਲੀ ਹੈ। ਹੇ ਵਾਹਿਗੁਰੂ, ਕਿਰਪਾ ਕਰ, ਤੂੰ ਸਾਨੂੰ ਆਪਣੀ ਭਗਤੀ ਦਾ ਦਾਨ ਦੇ। ਆਖਰ ਅਸੀਂ ਤੇਰੇ ਦਰ 'ਤੇ ਆਪੇ ਹਾਂ, ਤੂੰ ਕਿਰਪਾ ਕਰ, ਸਾਨੂੰ ਨਾਮ ਦਾ ਦਾਨ ਦੇ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।